ਸੋ ਹੈਲੋ एवरीवन ਵੈਲਕਮ ਟੂ ਮਾਈ ਚੈਨਲ ਐਂਡ ਅੱਜ ਅਸੀਂ ਗੱਲ ਕਰਾਂਗੇ ਆਪਣੇ ਟੌਪਿਕ ਦੇ ਬਾਰੇ ਜਿਹਦਾ ਨਾਮ ਹੈ ਡੇਟਾ ਮਾਡਲਸ। ਠੀਕ ਹੈ, ਡੇਟਾ ਮਾਡਲਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਵਟ ਇਜ਼ ਦ DBMS ਆਰਕੀਟੈਕਚਰ, ਜਿਹਦੇ ਵਿੱਚੋਂ ਮਾਈਟ ਵੀ ਕੁਐਸਚਨਸ ਉਹ ਪੁੱਛ ਲੈਣ। ਠੀਕ ਹੈ, ਸੋ DBMS ਆਰਕੀਟੈਕਚਰ ਦੇ ਬਾਰੇ ਗੱਲ ਕਰਦੇ ਹਾਂ। DBMS ਦੇ ਅੰਦਰ ਮਲਟੀਪਲ ਤਰ੍ਹਾਂ ਦੇ ਆਰਕੀਟੈਕਚਰਸ ਹੁੰਦੇ ਨੇ, ਜਿਵੇਂ 1 ਟੀਅਰ ਆਰਕੀਟੈਕਚਰ, 2 ਟੀਅਰ ਆਰਕੀਟੈਕਚਰ, 3 ਟੀਅਰ ਆਰਕੀਟੈਕਚਰ। ਡੇਟਾਬੇਸ ਆਰਕੀਟੈਕਚਰ ਜਿਹੜਾ ਹੈ ਉਹ ਅਸੀਂ ਸਿੰਗਲ ਟੀਅਰ ਤੇ ਮਲਟੀ ਟੀਅਰ ਹੀ ਵੇਖਦੇ ਹਾਂ, ਲੇਕਿਨ ਬਟ ਲੌਜੀਕਲੀ ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਠੀਕ ਹੈ, ਜੋ ਅਸੀਂ ਮੋਸਟਲੀ ਯੂਜ਼ ਕਰਦੇ ਹਾਂ। ਸੋ ਅਸੀਂ ਗੱਲ ਕਰਦੇ ਹਾਂ ਪਹਿਲਾਂ 1 ਟੀਅਰ ਆਰਕੀਟੈਕਚਰ ਦੇ ਬਾਰੇ। ਇਹ ਹੁੰਦਾ ਕੀ ਹੈ, ਇਸ ਆਰਕੀਟੈਕਚਰ 'ਚ ਕੀ ਹੁੰਦਾ ਹੈ, ਦ ਡੇਟਾਬੇਸ ਇਜ਼ ਡਾਇਰੈਕਟਲੀ ਅਵੇਲੇਬਲ ਟੂ ਦਾ ਯੂਜ਼ਰ। ਜਿਹਦਾ ਯੂਜ਼ਰ ਆ ਉਹ ਡਾਇਰੈਕਟ ਡੇਟਾਬੇਸ ਨੂੰ ਐਕਸੈਸ ਕਰ ਸਕਦਾ ਹੈ। ਠੀਕ ਹੈ, ਸੀ ਇੱਥੇ ਕੀ ਲਿਖਿਆ ਹੈ, ਦ ਯੂਜ਼ਰ ਕੈਨ ਡਾਇਰੈਕਟਲੀ ਸਿਟ ਔਨ ਦ DBMS ਐਂਡ ਯੂਜ਼ ਇਟ। Any changes done here will be directly done on the database itself, and it does not provide a handy tool for the end users। ਮਤਲਬ ਇਹ ਆ ਕਿ ਤੁਸੀਂ ਡਾਇਰੈਕਟਲੀ ਡੇਟਾਬੇਸ ਦੇ ਉੱਤੇ ਚੇਂਜਸ ਕਰ ਸਕਦੇ ਹੋ ਤੇ ਉਹਦਾ ਕੋਈ ਤੁਹਾਨੂੰ ਇਹੋ ਜਿਹਾ ਟੂਲ ਨਹੀਂ ਮਿਲਦਾ। ਠੀਕ ਹੈ, ਸੋ ਇਹ ਅਸੀਂ ਮਤਲਬ ਮੋਸਟਲੀ ਕਦੋਂ ਯੂਜ਼ ਕਰਦੇ ਹਾਂ, ਜਦੋਂ ਅਸੀਂ ਕੋਈ ਲੋਕਲ ਐਪਲੀਕੇਸ਼ਨਸ ਬਣਾਉਣੀਆਂ ਹੋਣ। ਮੰਨ ਲਓ ਮੈਂ ਆਪਣੇ ਸਿਸਟਮ ਤੇ ਹੀ ਇੱਕ ਸੌਫਟਵੇਅਰ ਬਣਾਉਣਾ ਪਿਆ ਹਾਂ ਲੋਕਲ, ਲੈਟਸ ਸਪੋਜ਼ ਮੈਂ ਡਿਵੈਲਪਮੈਂਟ ਕਰਦਾ ਪਿਆ। ਸੋ ਡਿਵੈਲਪਮੈਂਟ ਦੇ ਟਾਈਮ ਤੇ ਓਬਵੀਅਸਲੀ ਹੈ ਕਿ ਮੈਂ ਆਪਣਾ ਡੇਟਾਬੇਸ, ਮੇਰਾ ਇੱਕ ਹੀ ਲੈਪਟਾਪ ਦੇ ਵਿੱਚ ਡੇਟਾਬੇਸ ਪਿਆ ਹੋਏਗਾ ਤਾਂ ਮੈਂ ਡਾਇਰੈਕਟ ਉਹਨੂੰ ਐਕਸੈਸ ਕਰ ਲੂੰਗਾ, ਹੈ ਨਾ, ਬਿਨਾਂ ਕਿਸੇ ਐਕਸਟਰਾ ਚੀਜ਼ਾਂ ਤੋਂ। ਸੋ ਉਹ ਚੀਜ਼ ਕੀ ਹੋਏਗੀ, 1 ਟੀਅਰ, ਮਤਲਬ ਇੱਕ ਹੀ ਟੀਅਰ ਆ, ਇੱਕ ਹੀ ਲੈਵਲ ਆ। 2 ਟੀਅਰ ਵੇਖਦੇ ਹਾਂ। 2 ਟੀਅਰ ਦਾ ਮਤਲਬ ਹੋ ਗਿਆ ਕਲਾਇੰਟ ਸਰਵਰ ਆਰਕੀਟੈਕਚਰ। ਠੀਕ ਹੈ, ਇਹ 'ਚ ਕੀ ਹੁੰਦਾ ਜੀ, ਕਲਾਇੰਟ ਐਂਡ ਤੇ ਐਪਲੀਕੇਸ਼ਨ ਹੁੰਦੀ ਆ ਜੋ ਕਿ ਡੇਟਾਬੇਸ ਨੂੰ ਐਕਸੈਸ ਕਰੇਗਾ, ਜੋ ਕਿ ਸਰਵਰ ਤੇ ਪਿਆ। ਵੇਖੋ 1 ਟੀਅਰ 'ਚ ਕੀ ਆ, ਕਲਾਇੰਟ ਤੇ ਸਰਵਰ ਇੱਕ ਹੀ ਲੈਪਟਾਪ ਆ ਤੇ ਉਹਦੇ ਵਿੱਚ ਹੀ ਸਾਡਾ DBMS ਪਿਆ ਵਾ। 2 ਟੀਅਰ 'ਚ ਕੀ ਹੁੰਦਾ ਹੈ, ਸਰਵਰ ਇੱਕ ਅਲੱਗ ਕੰਪਿਊਟਰ ਆ, ਕਲਾਇੰਟ ਇੱਕ ਅਲੱਗ ਕੰਪਿਊਟਰ ਹੈਗਾ ਹੈ। ਸਰਵਰ ਤੇ ਸਾਡਾ ਡੇਟਾਬੇਸ ਪਿਆ ਹੈ ਤੇ ਕਲਾਇੰਟ ਤੇ ਸਾਡਾ ਕੀ ਪਿਆ ਹੈ, ਸਾਡਾ ਐਪਲੀਕੇਸ਼ਨ ਪਈ ਆ। ਤੇ ਐਪਲੀਕੇਸ਼ਨ ਸਾਡੀ ਜਿਹੜੀ ਕੀ ਆ, ਇਹ ਇੰਟਰਨੈਟ ਦੇ ਥਰੂ ਇਸ ਸਰਵਰ ਨੂੰ ਐਕਸੈਸ ਕਰੇਗੀ ਜਿਹਦੇ ਵਿੱਚ ਡੇਟਾਬੇਸ ਪਿਆ ਹੈ। ਸੋ ਅਗਲਾ ਟੌਪਿਕ ਸਾਡਾ ਹੈ 3 ਟੀਅਰ। ਸੋ 3 ਟੀਅਰ ਕੀ ਚੀਜ਼ ਹੈ, ਲੈਟਸ ਸੀ ਇਟ। ਠੀਕ ਹੈ, ਸੋ 3 ਟੀਅਰ 'ਚ ਕੀ ਹੋ ਜਾਂਦਾ ਹੈ, ਅਸੀਂ ਇੱਕ ਐਕਸਟਰਾ ਲੇਅਰ ਐਡ ਕਰ ਦਿੰਦੇ ਹਾਂ ਅਪਾਰਟ ਫਰੋਮ ਕਲਾਇੰਟ ਐਂਡ ਸਰਵਰ। ਸੋ ਵੇਖੋ, ਇਹ ਕਲਾਇੰਟ ਸੀ, ਇਹ ਸਰਵਰ ਸੀ, ਇਹਦੇ ਵਿੱਚ ਇੱਕ ਐਕਸਟਰਾ ਲੇਅਰ ਲੱਗ ਜਾਏਗੀ। ਉਸ ਲੇਅਰ ਅਸੀਂ ਕਿਉਂ ਐਡ ਕਰਦੇ ਹਾਂ, ਮਤਲਬ ਤਾਂ ਕਿ ਸਾਡਾ ਜਿਹੜਾ ਕਲਾਇੰਟ ਹੈਗਾ ਡਾਇਰੈਕਟਲੀ ਕਮਿਊਨੀਕੇਟ ਨਾ ਕਰ ਲੇ। ਠੀਕ ਹੈ, ਇੱਕ ਸਿਕਿਉਰਿਟੀ ਦਾ ਪਰਪਸ ਤੁਸੀਂ ਸਮਝ ਲਓ ਇੱਕ ਤਰ੍ਹਾਂ ਦਾ। ਅਗਰ ਡਾਇਰੈਕਟਲੀ ਕਲਾਇੰਟ ਐਕਸੈਸ ਕਰਨਾ ਸ਼ੁਰੂ ਹੋ ਜਾਏ ਡੇਟਾਬੇਸ ਨੂੰ, ਤਾਂ ਹੋ ਸਕਦਾ ਕਿ ਵਲਨਰੇਬਿਲਿਟੀ ਆ ਜਾਏ। ਇੱਕ ਵਰਡ ਤੁਹਾਨੂੰ ਮੈਂ ਦੱਸ ਰਿਹਾ, ਵਲਨਰੇਬਿਲਿਟੀ। ਇਹਦਾ ਮਤਲਬ ਇਹ ਹੈ ਕਿ ਸਿਕਿਉਰਿਟੀ ਇਸ਼ੂਸ ਆ ਸਕਦੇ ਨੇ, ਹੈਕਰਸ ਆ ਕੇ ਤੁਹਾਡੇ ਡੇਟਾ ਐਕਸੈਸ ਕਰ ਸਕਦੇ ਆ। ਤਾਂ ਇਹ 'ਚ ਅਸੀਂ ਕੀ ਕਰਾਂਗੇ, ਅਸੀਂ ਇੱਕ ਐਪਲੀਕੇਸ਼ਨ ਸਰਵਰ ਅਸੀਂ ਰੱਖਾਂਗੇ। ਆਪਣੀ ਐਪਲੀਕੇਸ਼ਨ ਦੇ ਥਰੂ ਅਸੀਂ ਐਪਲੀਕੇਸ਼ਨ ਸਰਵਰ ਨੂੰ ਐਕਸੈਸ ਕਰਾਂਗੇ। ਗਾਂ ਐਪਲੀਕੇਸ਼ਨ ਸਰਵਰ ਡੇਟਾਬੇਸ ਨੂੰ ਐਕਸੈਸ ਕਰਦਾ ਹੈ। ਜਿੰਨਾ ਇਹ ਹੋ ਜਾਂਦਾ ਹੈ ਕਿ ਜਿਹੜਾ ਕਲਾਇੰਟ ਹੈ ਨਾ, ਉਹਨੂੰ ਡਾਇਰੈਕਟ ਪਤਾ ਨਹੀਂ ਹੁੰਦਾ ਕਿ ਡੇਟਾਬੇਸ ਕਿੱਥੇ ਪਿਆ ਵਾ, ਉਹਨੂੰ ਸਿਰਫ ਇਸ ਸਰਵਰ ਦਾ ਪਤਾ ਹੈ। ਗਾਂ ਇਹ ਸਰਵਰ ਅੱਗੇ ਡੇਟਾਬੇਸ ਨੂੰ ਐਕਸੈਸ ਕਰਦਾ ਪਿਆ ਵਾ, ਜਿੰਨਾ ਇਹ ਹੋ ਜਾਂਦਾ ਇੱਕ ਸਿਕਿਉਰਿਟੀ ਆ। ਤੇ ਇਹ ਮੋਸਟਲੀ ਅਸੀਂ ਵੱਡੇ ਪ੍ਰੋਜੈਕਟਸ ਲਈ ਯੂਜ਼ ਕਰਦੇ ਹਾਂ। ਐਗਜ਼ਾਮਪਲ ਇੱਕ ਵਾਰੀ ਵੇਖ ਲਓ, ਇਸ ਮੇਰਾ ਕਲਾਇੰਟ ਹੈਗਾ, ਕਲਾਇੰਟ ਐਕਸੈਸ ਕਰ ਰਿਹਾ ਇਸ ਸਰਵਰ ਨੂੰ, ਐਪਲੀਕੇਸ਼ਨ ਸਰਵਰ ਨੂੰ। ਉਹ ਐਪਲੀਕੇਸ਼ਨ ਸਰਵਰ ਅੰਦਰੋਂ ਡੇਟਾਬੇਸ ਨੂੰ ਐਕਸੈਸ ਕਰਦਾ ਪਿਆ, ਜਿਹਨਾਂ ਸਿਕਿਉਰਿਟੀ ਇੱਕ ਤਰ੍ਹਾਂ ਦੀ। ਠੀਕ ਹੈ, ਅਗਲਾ ਟੌਪਿਕ ਸਾਡਾ ਹੈ DBMS 3 ਸਕੀਮਾ ਆਰਕੀਟੈਕਚਰ। ਸੋ ਇਸ 3 ਸਕੀਮਾ ਆਰਕੀਟੈਕਚਰ ਨੂੰ ਅਸੀਂ ANSI SPARC ਆਰਕੀਟੈਕਚਰ ਕਹਿ ਦਿੰਦੇ ਹਾਂ। ਠੀਕ ਹੈ, ਤੇ ਇਹ ਫਰੇਮਵਰਕ ਇਹ ਦੱਸਦਾ ਹੈ ਜੀ ਸਟਰਕਚਰ ਕੀ ਹੋਏਗਾ ਸਾਡੇ ਡੇਟਾਬੇਸ ਦੇ ਸਿਸਟਮ ਦਾ, ਜੋ ਕਿ ਫਿਜ਼ੀਕਲ ਡੇਟਾਬੇਸ ਨੂੰ ਯੂਜ਼ਰ ਐਪਲੀਕੇਸ਼ਨ ਨੂੰ ਸੈਪਰੇਟ ਕਰਦਾ ਹੈ। ਠੀਕ ਹੈ, ਅਸੀਂ 3 ਲੈਵਲਸ ਬਣਾ ਦਿੰਦੇ ਇਹਦੇ ਅੰਦਰ। ਇਹ ਬਹੁਤ ਇੰਪੋਰਟੈਂਟ ਆ, ਇਹਦੇ ਵਿੱਚੋਂ ਕੁਐਸਚਨ ਪੱਕਾ ਲਿਖਵਾ ਲਓ। ਸੋ ਇਹ ਸਾਡਾ ਡੇਟਾਬੇਸ ਹੈ। ਠੀਕ ਹੈ ਜੀ, ਡੇਟਾਬੇਸ ਦੇ ਉੱਤੇ ਆਉਂਦਾ ਸਾਡਾ ਇੰਟਰਨਲ ਸਕੀਮਾ, ਉਸ ਤੋਂ ਬਾਅਦ ਆਉਂਦਾ ਹੈ ਕਨਸੈਪਚੁਅਲ ਸਕੀਮਾ, ਤੇ ਉਸ ਦੇ ਉੱਤੇ ਆਉਂਦਾ ਸਾਡਾ ਐਕਸਟਰਨਲ ਸਕੀਮਾ। ਐਕਸਟਰਨਲ ਸਕੀਮਾ ਸਮਝ ਲਓ ਜੋ ਇੱਕ ਐਂਡ ਯੂਜ਼ਰ ਵੇਖ ਰਿਹਾ। ਕਨਸੈਪਚੁਅਲ ਸਕੀਮਾ ਮਤਲਬ ਇੱਕ ਤਰ੍ਹਾਂ ਦਾ ਲੌਜੀਕਲ ਹੋਏਗਾ, ਤੇ ਇੰਟਰਨਲ ਸਕੀਮਾ ਲਈ ਐਕਚੁਅਲ ਫਿਜ਼ੀਕਲ ਡੇਟਾ। ਸੋ ਵੇਖਦੇ ਆ ਕੀ ਚੀਜ਼ ਹੈ। ਠੀਕ ਹੈ ਜੀ, ਸੋ ਇੰਟਰਨਲ ਸਕੀਮਾ ਦੀ ਗੱਲ ਕਰਦੇ ਹਾਂ। ਪਹਿਲਾਂ ਮੈਂ ਗੱਲ ਕਰੂੰਗਾ ਬਾਹਰੋਂ। ਠੀਕ ਹੈ, ਅਸੀਂ ਬਾਹਰੋਂ ਅੰਦਰ ਆਉਂਦੇ ਹਾਂ। ਐਕਸਟਰਨਲ ਸਕੀਮਾ ਹੈ ਮਤਲਬ ਐਕਸਟਰਨਲ ਵਿਊ, ਜਿਵੇਂ ਤੁਹਾਨੂੰ ਟੇਬਲ ਵੇਖਦਾ ਪਿਆ ਹੈ ਕਿ ਇੰਪਲੋਏ ਦਾ ਨੰਬਰ ਇਹ ਹੈਗਾ ਹੈ ਤੇ ਇੰਪਲੋਏ ਦਾ ਨੇਮ ਇਹ ਹੈਗਾ। ਠੀਕ ਹੈ, ਸਿੰਪਲ ਹੈ ਕਿ ਇੱਕ ਤਰ੍ਹਾਂ ਦਾ ਕਹਿ ਲਓ ਤੁਸੀਂ ਇੱਕ ਸਕੀਮਾ ਹੀ ਆ, ਜੇ ਤੁਹਾਨੂੰ ਸਿੰਪਲ ਡੇਟਾ ਵੇਖਦਾ ਪਿਆ। ਉਹਦੇ ਅੰਦਰ ਆਉਂਦੇ ਆ, ਜੋ ਕਿ ਇਹ ਦੱਸਦਾ ਕਿ ਡੇਟਾਬੇਸ ਦਾ ਡਿਜ਼ਾਈਨ ਕੀ ਹੋਏਗਾ। ਇਟ ਬੇਸਿਕਲੀ ਡਿਸਕ੍ਰਾਈਬ ਦਾ ਡਿਜ਼ਾਈਨ ਆਫ ਦਾ ਡੇਟਾਬੇਸ ਐਟ ਕਨਸੈਪਚੁਅਲ ਲੈਵਲ, ਮਤਲਬ ਲੌਜੀਕਲ ਲੈਵਲ ਤੇ, ਕਿ ਅੱਛਾ ਇੰਪਲੋਏ ਨੰਬਰ ਦਾ ਇੱਕ ਇਹ ਦੀ ਡੇਟਾ ਟਾਈਪ ਹੋਏਗੀ, ਇੰਨੇ ਸਾਈਜ਼ ਦੀ ਹੋਏਗੀ। ਇੰਪਲੋਏ ਨੰਬਰ, ਇੰਪਲੋਏ ਦਾ ਨੇਮ ਹੋਏਗਾ 15 ਅਕਸ਼ਰਾਂ ਦਾ ਹੋਏਗਾ। ਸੈਲਰੀ 8 ਅਕਸ਼ਰਾਂ ਦੀ ਹੋਏਗੀ, ਸਟ੍ਰਿੰਗ ਦੀ ਫਾਰਮ 'ਚ ਹੋਏਗੀ। ਸੋ ਇੱਕ ਤਰ੍ਹਾਂ ਦਾ ਕੰਸੈਪਚੁਅਲ ਲੈਵਲ ਹੈ। ਠੀਕ ਹੈ ਜੀ, ਇਹ ਲੌਜੀਕਲ ਲੈਵਲ ਆ। ਇਹ ਸਾਨੂੰ ਸਿੰਪਲ ਦੱਸਦਾ ਵਾ ਐਕਸਟਰਨਲ ਵਿਊ,
ਜੋ ਸਾਨੂੰ ਐਜ਼ ਅ ਟੇਬਲ ਦੀ ਫਾਰਮ 'ਚ ਦਿਖੇਗਾ। ਤੇ ਉਸ ਤੋਂ ਬਾਅਦ ਆਉਂਦਾ ਸਾਡਾ ਇੰਟਰਨਲ ਵਿਊ, ਜੋ ਕਿ ਇਹ ਦੱਸਦਾ ਹੈ ਇੰਟਰਨਲੀ ਮੈਮਰੀ ਦੇ ਵਿੱਚ ਸਾਡਾ ਡੇਟਾ ਸੇਵ ਕਿਵੇਂ ਹੋਏਗਾ, ਕਿਸ ਤਰੀਕੇ ਨਾਲ ਸੇਵ ਹੋਵੇਗਾ, ਅਸੀਂ ਇਹਨੂੰ ਮੈਮਰੀ ਕਿਵੇਂ ਅਸਾਈਨ ਕਰਨੀ ਹੈ, ਸਪੇਸ ਕਿਵੇਂ ਅਸਾਈਨ ਕਰਨੀ ਹੈ, ਅਸੀਂ ਇਹਨੂੰ ਐਕਸੈਸ ਕਿਵੇਂ ਕਰਾਂਗੇ, ਅਸੀਂ ਡੇਟਾ ਕੰਪਰੈਸ਼ਨ ਕਿਵੇਂ ਲਾਵਾਂਗੇ, ਅਸੀਂ ਇਨਕ੍ਰਿਪਸ਼ਨ ਕਿਵੇਂ ਲਾਵਾਂਗੇ, ਅਸੀਂ ਆਪਟੀਮਾਈਜ਼ ਕਿਵੇਂ ਕਰਾਂਗੇ ਇੰਟਰਨਲ ਸਟਰਕਚਰ ਨੂੰ। ਹੁਣ ਮੈਂ ਥੋੜਾ ਈਜ਼ੀ ਲੈਂਗੁਏਜ ਦੱਸਦਾ, ਠੀਕ ਹੈ। ਸੋ ਆ ਜਾਓ ਇਹਦੇ ਉੱਤੇ ਟੇਬਲ ਤੇ, ਇਸ ਡਾਇਗਰਾਮ ਦੇ। ਇਹ ਐਕਸਟਰਨਲ ਸਕੀਮ ਹੈ। ਮੰਨ ਲਓ ਇਹ ਇੱਕ ਐਂਡ ਯੂਜ਼ਰ ਨੂੰ ਵੇਖਦਾ ਪਿਆ, ਸਿੰਪਲ ਸਮਝ ਆ ਗਈ, ਐਂਡ ਯੂਜ਼ਰ ਨੂੰ ਵੇਖਦਾ ਪਿਆ। ਕਨਸੈਪਚੁਅਲ ਸਕੀਮਾ ਇਹ ਕਹਿੰਦਾ ਕਿ ਡੇਟਾਬੇਸ ਡਿਜ਼ਾਈਨ ਕਿਵੇਂ ਕਰਨਾ ਹੈ, ਟੇਬਲ ਦਾ ਡਿਜ਼ਾਈਨ ਕਿਹੋ ਜਿਹਾ ਹੋਏਗਾ। ਮਤਲਬ ਇਹਦੇ ਅੰਦਰ ਮਲਟੀਪਲ ਕੀਜ਼ ਨੇ, ਲੈਟਸ ਸਪੋਜ਼ ਆਈਡੀ ਆ, ਰੋਲ ਨੰਬਰ ਆ, ਨੇਮ ਹੈਗਾ। ਜਿਹੜਾ ਰੋਲ ਨੰਬਰ ਹੈਗਾ ਵਾ ਉਹ ਕਿੰਨੇ ਅਕਸ਼ਰਾਂ ਦਾ ਹੋ ਸਕਦਾ ਹੈ, ਵੱਧ ਤੋਂ ਵੱਧ ਮੰਨ ਲਓ 10 ਅਕਸ਼ਰਾਂ ਦਾ ਹੋ ਸਕਦਾ ਹੈ। ਨਾਮ ਕਿੰਨੇ ਅਕਸ਼ਰਾਂ ਦਾ ਹੋ ਸਕਦਾ ਹੈ, ਇੰਨੇ ਅਕਸ਼ਰਾਂ ਦਾ ਹੋ ਸਕਦਾ ਹੈ। ਕੀ ਨਾਮ ਦੇ ਵਿੱਚ ਸਪੈਸ਼ਲ ਕਰੈਕਟਰਸ ਆ ਸਕਦੇ ਨੇ, ਨਹੀਂ ਆ ਸਕਦੇ ਨੇ। ਸੋ ਇਹ ਸਭ ਕੁਛ ਕੀ ਹੋਏਗਾ, ਕਨਸੈਪਚੁਅਲ ਲੈਵਲ ਤੇ ਸਕੀਮਾ ਹੋਏਗਾ। ਇੰਟਰਨਲ ਸਕੀਮਾ ਮਤਲਬ ਐਕਚੁਅਲ ਡੇਟਾ ਕਿਵੇਂ ਸੇਵ ਹੁੰਦਾ ਪਿਆ ਵਾ ਮੈਮਰੀ ਦੇ ਵਿੱਚ, ਅਸੀਂ ਸਿਕਿਉਰਿਟੀ ਕਿਵੇਂ ਲਾਣੀ ਹੈ, ਇਨਕ੍ਰਿਪਸ਼ਨ ਕਿਵੇਂ ਲਾਣਾ ਹੈ, ਅਸੀਂ ਕੰਪਰੈਸ਼ਨ ਕਿਵੇਂ ਕਰਨੀ ਆ, ਠੀਕ ਹੈ। ਇਹ ਸਭ ਸਾਡਾ ਇਹ ਆਰਕੀਟੈਕਚਰ ਦੱਸਦਾ। ਵੈਰੀ ਵੈਰੀ ਇੰਪੋਰਟੈਂਟ, ਕ੍ਰੈਮ ਕਰ ਲਓ ਜਿਹਨੂੰ ਕਹਿੰਦੇ ਆ ਨਾ ਇੱਕ ਤਰ੍ਹਾਂ ਦਾ। ਮਤਲਬ ਇੰਨਾ ਇਹ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਜੋ ਮੈਂ ਦੱਸਿਆ ਸਿਰਫ ਉੱਤੇ ਫੋਕਸ ਕਰ ਲਿਓ ਤੇ ਆਈ ਥਿੰਕ ਤੁਹਾਨੂੰ ਸਮਝ ਆ ਜਾਏਗੀ ਪੂਰੀ, ਠੀਕ ਹੈ ਜੀ। ਹੁਣ ਅਸੀਂ ਗੱਲ ਕਰਦੇ ਹਾਂ DBMS ਮਾਡਲ, ਜੋ ਕਿ ਤੁਹਾਡੇ ਸਿਲੇਬਸ ਦਾ ਪਾਰਟ ਆ। ਆਈ ਹੋਪ ਤੁਹਾਨੂੰ ਪੁਰਾਣਾ ਸਮਝ ਆ ਗਿਆ ਹੋਏਗਾ, ਅਗਰ ਨਹੀਂ ਆਇਆ ਹੈ ਤੇ ਮੇਰੀ ਪੁਰਾਣੀ ਵੀਡੀਓਜ਼ ਵੇਖ ਲਓ, ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਵੇਖ ਲੈਣਾ, ਠੀਕ ਹੈ ਜੀ। ਠੀਕ ਹੈ। ਸੋ ਡੇਟਾ ਮਾਡਲ ਦੀ ਗੱਲ ਕਰਦੇ ਹਾਂ ਹੁਣ। ਡੇਟਾ ਮਾਡਲ ਕੀ ਹੈ, ਪਹਿਲੀ ਚੀਜ਼ ਇਹ ਦੱਸੋ। ਡੇਟਾ ਮਾਡਲ ਮਤਲਬ ਕਿ ਡੇਟਾ ਦੀ ਡਿਸਕ੍ਰਿਪਸ਼ਨ, ਡੇਟਾ ਦਾ ਸੀਮੈਂਟਿਕ, ਉਹਦੇ ਕੰਸਟ੍ਰੇਂਟਸ ਅਸੀਂ ਕਿਵੇਂ ਮਾਡਲ ਕਰਨੇ ਆ, ਕਿਵੇਂ ਮੇਨਟੇਨ ਕਰਨੇ ਆ, ਕਿਵੇਂ ਅਸੀਂ ਡਿਜ਼ਾਈਨ ਕਿਵੇਂ ਉਹਦਾ ਡਿਸਕ੍ਰਾਈਬ ਕਰਦੇ ਹਾਂ, ਠੀਕ ਹੈ ਜੀ। ਮਤਲਬ ਆਸਾਨ ਸ਼ਬਦਾਂ ਦੇ ਵਿੱਚ ਡੇਟਾ ਮਾਡਲ ਦਾ ਮਤਲਬ ਆ ਕਿ ਅਸੀਂ ਮਤਲਬ ਕਿਵੇਂ ਡੇਟਾ ਨੂੰ ਮੇਨਟੇਨ ਕਰਨਾ ਹੈ, ਠੀਕ ਹੈ। ਸਾਡਾ ਟੇਬਲ ਦੀ ਫਾਰਮ 'ਚ ਡੇਟਾ ਹੋਏਗਾ, ਕਿ ਸਾਡਾ ਐਂਟੀਟੀ ਰਿਲੇਸ਼ਨ ਦੀ ਫਾਰਮ 'ਚ ਡੇਟਾ ਹੋਏਗਾ, ਕਿ ਆਬਜੈਕਟ ਦੀ ਫਾਰਮ 'ਚ ਡੇਟਾ ਹੋਏਗਾ, ਕਿ ਸੈਮੀ ਸਟਰਕਚਰਡ ਹੋਏਗਾ। ਮਤਲਬ ਸਿੰਪਲ ਡੇਟਾ ਆਪਸ 'ਚ ਕਿਵੇਂ ਮਾਡਲਡ ਆ, ਕਿਵੇਂ ਜੁੜਿਆ ਹੈ, ਠੀਕ ਹੈ। ਰਿਲੇਸ਼ਨਲ ਡੇਟਾਬੇਸ, ਹਾਂ ਇਹ ਐਗਜ਼ਾਮ 'ਚ ਪੁੱਛ ਸਕਦੇ ਨੇ ਕਿ ਡੇਟਾ ਮਾਡਲ ਕਿੰਨੇ ਤਰ੍ਹਾਂ ਦਾ ਹੈ। 4 ਤਰ੍ਹਾਂ ਦਾ ਹੈ। ਰਿਲੇਸ਼ਨਲ ਡੇਟਾ ਮਾਡਲ, ਸੈਮੀ ਸਟਰਕਚਰਡ ਡੇਟਾ ਮਾਡਲ, ਐਂਟੀਟੀ ਰਿਲੇਸ਼ਨਸ਼ਿਪ ਡੇਟਾ ਮਾਡਲ ਐਂਡ ਆਬਜੈਕਟ ਬੇਸਡ ਡੇਟਾ ਮਾਡਲ। ਰਿਲੇਸ਼ਨਲ ਡੇਟਾ ਮਾਡਲ ਕੀ ਚੀਜ਼ ਹੈ, ਜਿਹਦੇ ਵਿੱਚ ਰੋਜ਼ ਤੇ ਕਾਲਮ ਦੀ ਫਾਰਮ 'ਚ ਡੇਟਾ ਸੇਵਡ ਹੁੰਦਾ ਹੈ। ਸਿੰਪਲ ਸਿੰਪਲ ਸਮਝ ਲਓ ਨਾ, EF ਕੋਡ ਨੇ ਬਣਾਇਆ ਸੀ, ਜੋ ਮੈਂ ਆਲਰੇਡੀ ਦੱਸਿਆ RDBMS ਦੇ ਬਾਰੇ। ਉਹ ਕੀ ਹੈ, ਰਿਲੇਸ਼ਨਲ ਡੇਟਾ ਮਾਡਲ ਆ, ਜਿਹਦੇ 'ਚ ਡੇਟਾ ਇੱਕ ਟੇਬਲ ਦੀ ਫਾਰਮ 'ਚ ਹੁੰਦਾ, ਰੋ ਕਾਲਮਸ ਦੀ ਫਾਰਮ 'ਚ ਹੁੰਦਾ ਹੈ। ER ਡਾਇਗਰਾਮ, ਸੋ ਇਟਸ ਅ ਐਂਟੀਟੀ ਰਿਲੇਸ਼ਨਸ਼ਿਪ ਡੇਟਾ ਮਾਡਲ। ਇਹਨੂੰ ਅਸੀਂ ER ਮਾਡਲ ਵੀ ਕਹਿ ਦਿੰਦੇ ਹਾਂ। ਤੇ ਇਹ 'ਚ ਹੁੰਦਾ ਕੀ ਹੈ ਕਿ ਅਸੀਂ ਮੰਨ ਲੈਂਦੇ ਹਾਂ ਜੀ, ਜਿਹੜਾ ਡੇਟਾ ਹੈਗਾ ਨਾ ਉਹ ਇੱਕ ਆਬਜੈਕਟ ਹੈਗਾ, ਤੇ ਉਹ 'ਚ ਅਸੀਂ ਰਿਲੇਸ਼ਨਸ਼ਿਪ ਅਸੀਂ ਐਗਜ਼ਿਸਟ ਕਰਾਉਂਦੇ ਹਾਂ। ਐਗਜ਼ਾਮਪਲ ਦੇਣਾ, ਲੈਟਸ ਸਪੋਜ਼ ਮੇਰੇ ਕੋਲ 2 ਟੇਬਲਸ ਨੇ, ਇੱਕ ਹੈਗਾ ਸਟੂਡੈਂਟ ਟੇਬਲ, ਇੱਕ ਹੈਗਾ ਟੀਚਰ ਦਾ ਟੇਬਲ। ਸੋ ਹੋ ਸਕਦਾ ਕਿ ਇਸ ਟੀਚਰ ਦੇ ਅੰਦਰ ਇੱਕ ਸਟੂਡੈਂਟ ਟੇਬਲ 'ਚ ਅਸੀਂ ਇਹ ਮੇਨਟੇਨ ਕੀਤਾ ਹੈ ਕਿ ਹਰ ਬੱਚੇ ਦਾ ਇੱਕ ਇੰਚਾਰਜ ਕੌਣ ਆ, ਠੀਕ ਹੈ। ਸੋ ਅਸੀਂ ਇਹਦੇ ਵਿੱਚ ਅਸੀਂ ਟੇਬਲ ਦੀ ਫਾਰਮ 'ਚ ਲਿਖ ਲੈਂਦੇ ਹਾਂ, ਲੇਕਿਨ ਇਹ 'ਚ ਕੀ ਹੋਏਗਾ, ਅਸੀਂ ਕੀ ਕਰਦੇ ਹਾਂ ਕਿ ਅਸੀਂ ਨਾ ਸਰਕਲਸ ਦੀ ਫਾਰਮ 'ਚ ਰਿਪਰੈਜ਼ੈਂਟ ਕਰਦੇ ਹਾਂ, ਠੀਕ ਹੈ। ਕਿ ਟੀਚਰ ਕੀ ਹੈ ਤੇ ਸਟੂਡੈਂਟ ਕੀ ਹੈ, ਤੇ ਗਾਂ ਅਸੀਂ ਉਹਨਾਂ ਨੂੰ ਅਸੀਂ ਐਂਟੀਟੀਜ਼ ਮੰਨ ਲੈਂਦੇ ਹਾਂ, ਤੇ ਹਰ ਇੱਕ ਐਂਟੀਟੀ ਦਾ ਇੱਕ ਐਟਰੀਬਿਊਟ ਹੁੰਦਾ ਹੈ, ਤੇ ਉਹਦੀ ਐਸੋਸੀਏਸ਼ਨ ਹੁੰਦੀ ਹੈ ਦੂਸਰੀ ਐਂਟੀਟੀਜ਼ ਦੇ ਨਾਲ। ਸੋ ਗਾਂ ਮੈਂ ਤੁਹਾਨੂੰ ਇਹਨੂੰ ਪ੍ਰੋਪਰ ਇੱਥੇ ਇੱਕ ਅਲੱਗ ਵੀਡੀਓ ਬਣਾਉਣੀ ਆ, ਉਦੋਂ ਸਮਝਾਉਂਗਾ ਚੰਗੀ ਤਰ੍ਹਾਂ। ਅਜੇ ਸਿੰਪਲ ਇਹ ਸਮਝ ਲਓ ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਐਂਟੀਟੀਜ਼ ਤੇ ਐਟਰੀਬਿਊਟਸ ਦਾ ਕਨਸੈਪਟ ਹੁੰਦਾ ਹੈ, ਠੀਕ ਹੈ। ਆਬਜੈਕਟ ਬੇਸਡ ਡੇਟਾ ਮਾਡਲ ਕੀ ਆ, ਇਹਦੇ ਵਿੱਚ ਆਬਜੈਕਟਸ ਦੀ ਫਾਰਮ 'ਚ ਅਸੀਂ ਡੇਟਾ ਸੇਵ ਕਰਦੇ ਹਾਂ। ਐਗਜ਼ਾਮਪਲ ਦੇ ਦਿੰਦਾ ਤੁਹਾਨੂੰ ਮੈਂ, ਹਾਈਬਰਨੇਟ ਦੀ, ਠੀਕ ਹੈ। ਜਾਵਾ 'ਚ ਕੀ ਹੁੰਦਾ ਹੈ, ਸਾਡੇ ਕੋਲ ਹਾਈਬਰਨੇਟ ਹੁੰਦਾ ਹੈ, ਜਿਹਦੇ ਵਿੱਚ ਅਸੀਂ ਕਲਾਸਿਸ ਦੇ ਫਾਰਮ ਦੇ ਵਿੱਚ ਡੇਟਾ ਮੇਨਟੇਨ ਕਰਦੇ ਹਾਂ, ਜੋ ਕਿ ਆਟੋਮੈਟਿਕਲੀ ਡੇਟਾਬੇਸ ਦੇ ਵਿੱਚ ਡੇਟਾ ਫੈਚ ਕਰਕੇ ਉਹਨੂੰ ਆਬਜੈਕਟਸ ਦੀ ਫਾਰਮ 'ਚ ਸੇਵ ਕਰਦਾ ਹੈ। ਸੋ ਇਟਸ ਆਬਜੈਕਟ ਬੇਸਡ ਡੇਟਾ ਮਾਡਲ। ਸੈਮੀ ਸਟਰਕਚਰਡ ਇਹੀ ਆ ਕਿ ਇਹਨਾਂ ਤੋਂ ਅਲੱਗ ਹੈਗਾ, ਤੇ ਇਹਦੇ ਵਿੱਚ ਕੀ ਹੁੰਦਾ, ਐਗਜ਼ਮਲ ਦੀ ਫਾਰਮ 'ਚ ਡੇਟਾ ਸੇਵ ਹੁੰਦਾ ਹੈ, ਠੀਕ ਹੈ। ਐਗਜ਼ਮਲ ਮਤਲਬ ਐਕਸਟੈਂਸੀਬਲ ਮਾਰਕਅਪ ਲੈਂਗੁਏਜ। ਸੋ ਐਗਜ਼ਮਲ ਵੀ ਮੈਂ ਅਗਲੀ ਵੀਡੀਓ 'ਚ ਦੱਸ ਦੂੰਗਾ ਤੁਹਾਨੂੰ ਕੀ ਹੁੰਦੀ ਹੈ, ਠੀਕ ਹੈ। ਮਤਲਬ ਈਜ਼ੀ ਹੈ, ਕੁਛ ਹੈਗਾ ਨਹੀਂ ਹੈ। ਵੈਸੇ ਐਗਜ਼ਾਮ 'ਚ ਪੁੱਛਣਗੇ ਨਹੀਂ, ਮੈਂ ਐਗਜ਼ਾਮ ਸਪੈਸੀਫਿਕ ਕਰਾਉਣਾ ਪਿਆ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਐਕਸਟਰਾ ਚੀਜ਼ਾਂ ਵੀ ਕਰਾਵਾਂ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿਓ, ਮੈਂ ਕਰਾ ਦੂੰਗਾ। ਲੇਕਿਨ ਅਜੇ ਟਾਈਮ ਸਾਡੇ ਕੋਲ ਬਹੁਤ ਘੱਟ ਆ, ਅਸੀਂ ਐਗਜ਼ਾਮ ਲੈਵਲ ਦੀ ਤਿਆਰੀ ਕਰਨੀ ਆ। ਸੋ ਉਹੀ ਕਰੋ ਜੋ ਮੈਂ ਕਰਾਉਣਾ ਪਿਆ, ਐਕਸਟਰਾ ਚੀਜ਼ਾਂ ਨਾ ਕਰਿਓ, ਠੀਕ ਹੈ ਜੀ। ਸੋ ਆਈ ਥਿੰਕ ਮੈਂ ਤੁਹਾਨੂੰ ਡੇਟਾ ਮਾਡਲਸ ਕਰਾਤੇ ਨੇ ਬਹੁਤ ਅੱਛੇ ਤਰੀਕੇ ਦੇ ਨਾਲ। ਸੋ ਅੱਗੇ ਵੇਖ ਲੈਂਦੇ ਕੀ ਹੈਗਾ, ਸਾਡੇ ਕੋਲ ਡੇਟਾ ਮਾਡਲ ਦੇ ਸਕੀਮਾਸ ਨੇ ਤੇ ਇੰਸਟੈਂਸਿਸ ਨੇ। ਨੋ ਨੀਡ ਟੂ ਡੂ ਇਟ, ਠੀਕ ਹੈ। ਸੋ ਆਈ ਥਿੰਕ ਅਸੀਂ ਕਵਰ ਕਰ ਲਿਆ ਆਪਣਾ ਡੇਟਾ ਮਾਡਲ ਦਾ ਟੌਪਿਕ। ਤੇ ਅਗਲੀ ਵੀਡੀਓ ਤੁਹਾਨੂੰ ਮੇਰੇ ਕੋਲ ਸਪੈਸ਼ਲ ਬਣਾ ਕੇ ਦੂੰਗਾ ਐਸਿਡ ਪ੍ਰੋਪਰਟੀਜ਼ ਦੇ ਉੱਤੇ, ਉਹਨੂੰ ਚੰਗੀ ਤਰ੍ਹਾਂ ਕਰਿਓ, ਕਿਉਂਕਿ ਉਸ 'ਚ ਇੱਕ ਅੱਧਾ ਕੁਐਸਚਨ ਆ ਜਾਣਾ ਹੈ। ਕਿਉਂਕਿ DBMS ਇਜ਼ ਅ ਵੈਰੀ ਵਾਸਟ ਸਬਜੈਕਟ। ਇੱਕ ਇੱਕ
ਟੌਪਿਕ ਦੇ ਵਿੱਚੋਂ ਇੱਕ ਇੱਕ ਸਵਾਲ ਬਣਦਾ ਹੈ, ਉਹਨੂੰ ਚੰਗੀ ਤਰ੍ਹਾਂ ਕਰ ਲਿਓ। ਸੋ ਮੈਂ ਆਸ਼ਾ ਕਰਦਾ ਹਾਂ ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਕੰਮ ਆਏਗਾ, ਤੁਹਾਨੂੰ ਸਮਝ ਆਈ ਹੋਏਗੀ ਚੰਗੀ ਤਰ੍ਹਾਂ। ਅਤੇ ਪਲੀਜ਼ ਸਬਸਕ੍ਰਾਈਬ ਕਰਿਓ ਮੇਰਾ ਚੈਨਲ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ, ਅਤੇ ਮੈਨੂੰ ਪ੍ਰੋਤਸਾਹਨ ਦਿਓ ਕਿ ਮੈਂ ਨਵੀਂ ਨਵੀਂ ਵੀਡੀਓਜ਼ ਹੋਰ ਬਣਾਵਾਂ। ਠੀਕ ਹੈ, ਗੁੱਡ ਲੱਕ ਫॉर योर एग्जामिनेशन, हैव अ गुड डे, बाय।